ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਗਿਆਨ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਇੱਕ ਵਾਰ ਦੀ ਗੱਲ ਹੈ, ਇੱਕ ਨਗਰ ਵਿੱਚ ਇੱਕ ਸ਼ੰਕਰ ਨਾਮ ਦਾ ਵਿਅਕਤੀ ਤੇ ਉਸ ਦੀ ਪਤਨੀ ਰਹਿੰਦੇ ਸਨ। ਉਹਨਾਂ ਦੀ ਕੋਈ ਔਲਾਦ ਨਹੀਂ ਸੀ ਤੇ 6-7 ਸਾਲ ਬਾਅਦ ਉਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ, ਜਿਸ ਕਰਕੇ ਉਹ ਬੜੇ ਹੀ ਖੁਸ਼ ਸਨ। ਉਹਨਾਂ ਦੇ ਘਰ ਇੱਕ ਬੜੀ ਹੀ ਪਿਆਰੀ ਜਿਹੀ ਛੋਟੀ ਜਿਹੀ ਬੱਚੀ ਨੇ ਜਨਮ ਲਿਆ। ਉਹਨਾਂ ਦੇ ਘਰ ਵਿੱਚ ਬਹੁਤ ਖੁਸ਼ੀਆਂ ਆ ਗਈਆਂ ਸਨ, ਕਿਉਂਕਿ 7 ਸਾਲ ਬਾਅਦ ਉਹਨਾਂ ਦੇ ਘਰ ਵਿੱਚ ਇੱਕ ਧੀ ਨੇ ਜਨਮ ਲਿਆ ਸੀ ਤੇ ਉਹ ਬਹੁਤ ਜ਼ਿਆਦਾ ਖੁਸ਼ ਸਨ। ਤੇ ਉਹ ਜੋ ਬੱਚੀ ਸੀ ਕੁਝ ਕੁ ਬੱਚਿਆਂ ਵਰਗੀ ਸੀ ਤੇ ਉਹ ਇੰਨੀਆਂ ਜਿੱਦਾਂ ਵੀ ਨਹੀਂ ਸੀ ਕਰਦੀ, ਉਸ ਵਿੱਚ ਸਿਆਣਿਆਂ ਵਾਲੇ ਹੀ ਕੰਮ ਸਨ। ਤੇ ਜਿਉਂ-ਜਿਉਂ ਥੋੜੀ ਵੱਡੀ ਹੋਈ, 5 ਕੁ ਸਾਲ ਦੀ ਹੋਈ, ਤਾਂ ਉਹ ਆਪਣੀ ਮਾਂ ਦੇ ਨਾਲ ਘਰ ਦੇ ਕੰਮ ਕਰਵਾਉਂਦੀ। ਇੱਕ ਦਿਨ ਉਹ ਤਾਰ ਉੱਤੇ ਕੱਪੜੇ ਸੁੱਕਣੇ ਪਏ ਸਨ ਤੇ ਉਹਨਾਂ ਨੂੰ ਉਤਾਰਨ ਲੱਗੀ, ਕੱਪੜੇ ਜੋੜ-ਜੋੜ ਕੇ ਰੱਖਣ ਲੱਗੀ ਤੇ ਇੱਕ ਕੱਪੜਾ ਥੋੜਾ ਉੱਚਾ ਸੀ, ਉਹ ਉਸ ਕੋਲੋਂ ਉਤਰ ਨਹੀਂ ਸੀ ਰਿਹਾ ਤੇ ਉਹ ਛਾਲਾਂ ਮਾਰ-ਮਾਰ ਕੇ ਉਤਾਰ ਰਹੀ ਸੀ ਤੇ ਉਸ ਦੀ ਮਾਂ ਉਸ ਨੂੰ ਦੇਖ ਰਹੀ ਸੀ। ਤੇ ਉਸ ਦੀ ਮਾਂ ਨੇ ਕਿਹਾ, ਮੇਰੀ ਗੁੜੀਆ ਕੀ ਕਰ ਰਹੀ ਹੈ? ਹੁਣ ਤੋਂ ਹੀ ਮੇਰੇ ਨਾਲ ਘਰ ਦੇ ਕੰਮ ਕਰਵਾਉਣ ਲੱਗ ਪਈ। ਤੇ ਉਸਨੇ ਕਿਹਾ, ਮਾਂ ਹਾਂ ਮੈਂ ਗੁੱਡੂ ਹਾਂ, ਤੁਸੀਂ ਮੈਨੂੰ ਗੁੱਡੋ ਕਿਹਾ, ਮੈਨੂੰ ਬਹੁਤ ਵਧੀਆ ਲੱਗਾ, ਮੇਰਾ ਇਹੀ ਨਾਮ ਹੈ ਗੁੱਡੋ। ਉਸ ਦੀ ਮਾਂ ਨੇ ਕਿਹਾ, ਨਹੀਂ ਤੇਰਾ ਨਾਮ ਤਾਂ ਅਸੀਂ ਨੰਦਨੀ ਰੱਖਿਆ ਹੈ, ਤੂੰ ਨੰਦੂ ਹੈ, ਪਰ ਅਸੀਂ ਤੈਨੂੰ ਪਿਆਰ ਨਾਲ ਗੁੱਡੋ ਕਹਿੰਦੇ ਹਾਂ। ਉਸਨੇ ਕਿਹਾ, ਨਹੀਂ ਮਾਂ ਮੈਨੂੰ ਗੁੱਡੋ ਹੀ ਕਿਹਾ ਕਰੋ, ਮੇਰਾ ਪੁਰਾਣਾ ਨਾਮ ਗੁੱਡੋ ਹੀ ਹੈ। ਇਹ ਸੁਣ ਕੇ ਉਸ ਦੀ ਮਾਂ ਹੈਰਾਨ ਜਿਹੀ ਹੋ ਗਈ ਕਿ ਪੁਰਾਣੇ ਨਾਮ ਦਾ ਕੀ ਮਤਲਬ। ਜਦੋਂ ਸ਼ੰਕਰ ਘਰ ਆਇਆ ਤਾਂ ਉਸ ਦੀ ਮਾਂ ਨੇ ਉਸਨੂੰ ਦੱਸਣਾ ਚਾਹਿਆ ਕਿ ਬੇਟੀ ਕਈ ਵਾਰ ਬਹੁਤ ਹੀ ਸਿਆਣਿਆਂ ਵਰਗੀਆਂ ਗੱਲਾਂ ਕਰ ਜਾਂਦੀ ਹੈ। ਮੈਨੂੰ ਇਸ ਦੀਆਂ ਗੱਲਾਂ ਸੁਣ ਕੇ ਹੈਰਾਨੀ ਹੁੰਦੀ ਹੈ ਤਾਂ ਇਹ ਬੱਚਿਆਂ ਵਰਗੀ। ਤੇ ਇੰਨੇ ਨੂੰ ਸ਼ੰਕਰ ਨੂੰ ਉਹ ਦੱਸਣ ਲੱਗੀ ਸੀ ਤੇ ਸ਼ੰਕਰ ਨੇ ਕਿਹਾ ਕਿ ਅੱਜ ਮੈਨੂੰ ਰਾਤ ਖੇਤਾਂ ਵਿੱਚ ਹੀ ਰਹਿਣਾ ਪਵੇਗਾ। ਅੱਜ ਮੈਂ ਉੱਥੇ ਹੀ ਸੌਣਾ ਹੈ, ਕਿਉਂਕਿ ਅੱਜ ਮੈਂ ਪਾਣੀ ਲਗਾਉਣਾ ਹੈ ਖੇਤਾਂ ਦੇ ਵਿੱਚ। ਉਸਨੇ ਕਿਹਾ, ਉਸ ਦੀ ਬੇਟੀ ਨੇ ਕਿਹਾ ਕਿ ਪਿਤਾ ਜੀ ਮੈਂ ਵੀ ਤੁਹਾਡੇ ਨਾਲ ਖੇਤਾਂ ਵਿੱਚ ਹੀ ਸੌਵਾਂਗੀ, ਮੈਨੂੰ ਉੱਥੇ ਖੇਤਾਂ ਵਿੱਚ ਸੌਣ ਦਾ ਬਹੁਤ ਮਜ਼ਾ ਆਉਂਦਾ ਹੈ, ਮੈਂ ਉੱਥੇ ਬਹੁਤ ਸੌਂਦੀ ਸੀ। ਉਸ ਦੇ ਪਿਤਾ ਨੇ ਕਿਹਾ, ਤੈਨੂੰ ਤਾਂ ਮੈਂ ਅੱਜ ਤੱਕ ਖੇਤਾਂ ਵਿੱਚ ਲੈ ਕੇ ਹੀ ਨਹੀਂ ਗਿਆ, ਤੂੰ ਉੱਥੇ ਕਿਸ ਤਰ੍ਹਾਂ ਸੌਂਦੀ ਸੀ, ਤੈਨੂੰ ਕਿਸ ਤਰ੍ਹਾਂ ਮਜ਼ਾ ਆਉਂਦਾ? ਉਸਨੇ ਕਿਹਾ, ਨਹੀਂ ਮੈਂ ਉੱਥੇ ਬਹੁਤ ਸੌਇਆ ਕਰਦੀ ਸੀ, ਮੈਨੂੰ ਬਹੁਤ ਮਜ਼ਾ ਆਉਂਦਾ ਹੈ ਉੱਥੇ। ਆਪਣੀ ਬੇਟੀ ਦੀਆਂ ਗੱਲਾਂ ਸੁਣ ਕੇ ਦੋਵੇਂ ਜਾਣੇ ਹੈਰਾਨ ਹੋ ਰਹੇ ਸਨ ਕਿ ਇਹ ਅੱਜ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ। ਕਦੀ ਕਹਿੰਦੀ ਹੈ ਮੇਰਾ ਪਿਛਲਾ ਨਾਮ ਹੈ, ਕਦੀ ਕਹਿੰਦੀ ਹੈ ਮੈਂ ਖੇਤਾਂ ਵਿੱਚ ਸੌਂਦੀ ਸੀ, ਮੈਨੂੰ ਬੜਾ ਮਜ਼ਾ ਆਉਂਦਾ ਹੈ। ਤੇ ਇੰਨੇ ਨੂੰ ਸ਼ੰਕਰ ਦੇ ਘਰ ਭੀਸ਼ਣ ਆਇਆ, ਜੋ ਕਿ ਉਸਦਾ ਦੋਸਤ ਸੀ। ਤੇ ਭੀਸ਼ਣ ਨੇ ਆ ਕੇ ਕਿਹਾ ਕਿ ਨਾਲ ਦੇ ਪਿੰਡ ਵਿੱਚ ਸਰਕਸ ਲੱਗਣੀ ਹੈ ਤੇ ਆਪਾਂ ਦੇਖਣ ਚੱਲਦੇ ਹਾਂ ਆਪਣੇ ਬੱਚਿਆਂ ਨੂੰ ਲੈ ਕੇ। ਸ਼ੰਕਰ ਨੇ ਕਿਹਾ, ਚਲੋ ਠੀਕ ਹੈ ਚੱਲਦੇ ਹਾਂ, ਕੋਈ ਗੱਲ ਨਹੀਂ। ਤੇ ਉਹ ਸਾਰੇ ਜਾਣੇ ਨਾਲ ਦੇ ਪਿੰਡ ਸਰਕਸ ਦੇਖਣ ਲਈ ਤਿਆਰ ਹੋ ਗਏ। ਨੰਦੂ ਵੀ ਬੜੀ ਖੁਸ਼ ਸੀ, ਖੁਸ਼ੀ ਵਿੱਚ ਉਛਲਣ ਕੁੱਦਣ ਲੱਗੀ ਕਿ ਅੱਜ ਅਸੀਂ ਸਰਕਸ ਦੇਖਣ ਜਾਵਾਂਗੇ। ਤੇ ਸਾਰੇ ਜਾਣੇ ਤੁਰ ਪਏ। ਉਹ ਸਾਰੇ ਜਾਣੇ ਜਾ ਰਹੇ ਸਨ, ਰਸਤੇ ਵਿੱਚ ਰੁਕੇ। ਜਦੋਂ ਉਹ ਰਾਮਪੁਰੀਆ ਪਿੰਡ ਵਿੱਚ ਪਹੁੰਚੇ ਤਾਂ ਉੱਥੇ ਰਸਤੇ ਵਿੱਚ ਨੰਦੂ ਨੇ ਕਿਹਾ, ਪਿਤਾ ਜੀ ਰੁਕੋ। ਤੇ ਉਸਨੇ ਇੱਕ ਖੇਤ ਦੇਖੇ ਤੇ ਉਹਨਾਂ ਖੇਤਾਂ ਦੇ ਕੋਲ ਗਈ ਤੇ ਜਾ ਕੇ ਮੱਕੀ ਦੇ ਬੂਟੇ ਸਨ ਤੇ ਉਹਨਾਂ ਨੂੰ ਫੜ ਕੇ ਇਸ ਤਰ੍ਹਾਂ ਪਿਆਰ ਕਰਨ ਲੱਗੀ ਜਿਸ ਤਰ੍ਹਾਂ ਕੋਈ ਬੱਚਿਆਂ ਦੇ ਨਾਲ ਪਿਆਰ ਕਰਦਾ ਹੈ। ਭੀਸ਼ਣ ਉਸ ਬੱਚੀ ਦੇ ਕੋਲ ਗਿਆ ਤੇ ਕਹਿਣ ਲੱਗਾ, ਤੂੰ ਇਸ ਬੂਟੇ ਨਾਲ ਇੰਨਾ ਪਿਆਰ ਕਰ ਰਹੀ ਹੈ, ਤੈਨੂੰ ਇਹ ਛੱਲੀ ਪਸੰਦ ਹੈ, ਚੱਲ ਮੈਂ ਬੂਟਾ ਪੁੱਟ ਦਿੰਦਾ ਹਾਂ। ਤੇ ਉਹ ਅੱਗੋਂ ਨੰਦੂ ਉਸ ਨੂੰ ਪੈ ਗਈ ਕਿ ਖਬਰਦਾਰ, ਜੇਕਰ ਇਸ ਬੂਟੇ ਨੂੰ ਹੱਥ ਲਗਾਇਆ ਤਾਂ ਇਹ ਮੇਰੇ ਖੇਤ ਹਨ, ਮੇਰੀ ਫਸਲ ਹੈ, ਤੂੰ ਇਸ ਨੂੰ ਨਹੀਂ ਪੁੱਟ ਸਕਦਾ। ਭੀਸ਼ਣ ਨੇ ਕਿਹਾ, ਇਹ ਤੇਰੀ ਫਸਲ ਕਿਸ ਤਰ੍ਹਾਂ ਹੋਈ? ਇਹ ਤਾਂ ਅਸੀਂ ਰਾਮਪੁਰੀਆ ਪਿੰਡ ਵਿੱਚ ਆਏ ਹਾਂ, ਇਹ ਤਾਂ ਕਿਸੇ ਹੋਰ ਦੀ ਫਸਲ ਹੋਵੇਗੀ। ਉਸਨੇ ਕਿਹਾ, ਹਾਂ ਮੈਨੂੰ ਪਤਾ ਹੈ ਇਹ ਰਾਮਪੁਰੀਆਂ ਦੀ ਹੀ ਫਸਲ ਹੈ, ਪਰ ਇਹ ਮੇਰੀ ਫਸਲ ਹੈ। ਭੀਸ਼ਣ ਨੇ ਕਿਹਾ, ਤੁਹਾਡੀ? ਫਿਰ ਸ਼ੰਕਰ ਆਇਆ ਤੇ ਉਸਨੇ ਕਿਹਾ, ਧੀਏ ਸਾਡੀ ਫਸਲ ਇੱਥੇ ਕਿੱਥੋਂ ਆਈ? ਆਪਾਂ ਤਾਂ ਕਦੇ ਇੰਨੀ ਦੂਰ ਆਏ ਹੀ ਨਹੀਂ, ਸਾਡੀ ਫਸਲ ਤਾਂ ਸਾਡੇ ਪਿੰਡ ਵਿੱਚ ਹੈ। ਉਸਨੇ ਕਿਹਾ, ਪਿਤਾ ਜੀ ਮੈਨੂੰ ਪਤਾ ਹੈ ਤੁਹਾਡੀ ਫਸਲ ਨਹੀਂ ਹੈ, ਪਰ ਇਹ ਮੇਰੀ ਫਸਲ ਹੈ, ਇਹ ਮੇਰਾ ਪਿੰਡ ਹੈ, ਇੱਥੇ ਮੇਰਾ ਪੁਰਾਣਾ ਜਨਮ ਸੀ, ਮੈਂ ਇੱਥੇ ਰਹਿੰਦੀ ਸੀ, ਇਹ ਖੇਤ ਮੇਰੇ ਹਨ। ਇੰਨਾ ਸੁਣ ਕੇ ਸ਼ੰਕਰ ਹੈਰਾਨ ਹੋ ਗਿਆ ਕਿ ਪੁਰਾਣਾ ਜਨਮ? ਤੈਨੂੰ ਆਪਣਾ ਪੁਰਾਣਾ ਜਨਮ ਕਿਸ ਤਰ੍ਹਾਂ ਯਾਦ ਹੈ?
ਸਾਰੇ ਜਾਣੇ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਏ ਤੇ ਸ਼ੰਕਰ ਤੇ ਉਸਦੀ ਪਤਨੀ ਦੇ ਉੱਤੇ ਪਰੇਸ਼ਾਨੀ ਦਿਖ ਰਹੀ ਸੀ। ਉਹ ਬਹੁਤ ਪਰੇਸ਼ਾਨ ਸਨ। ਉਹਨਾਂ ਨੂੰ ਲੱਗ ਰਿਹਾ ਸੀ ਕਿ ਕਿਤੇ ਸਾਡੀ ਧੀ ਉੱਤੇ ਕੋਈ ਬਾਹਰ ਦੀ ਹਵਾ ਹੀ ਨਾ ਆ ਗਈ ਹੋਵੇ, ਕਿਤੇ ਇਸ ਵਿੱਚ ਕੋਈ ਆਤਮਾ ਹੀ ਨਾ ਆ ਗਈ ਹੋਵੇ। ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰੀ ਜਾ ਰਹੀ ਹੈ? ਮੇਰਾ ਪੁਰਾਣਾ ਜਨਮ, ਮੇਰਾ ਪੁਰਾਣਾ ਨਾਮ, ਮੇਰੇ ਖੇਤ। ਉਸਨੇ ਕਿਹਾ, ਪਿਤਾ ਜੀ ਇੱਥੇ ਥੋੜੀ ਹੀ ਦੂਰ ਮੇਰਾ ਘਰ ਵੀ ਹੈ ਤੇ ਅੱਜ ਤਾਂ ਮੈਂ ਆਪਣੇ ਘਰ ਵਿੱਚੋਂ ਹੋ ਕੇ ਹੀ ਜਾਵਾਂਗੀ। ਇੱਧਰ ਦੇਖੋ, ਇਹ ਮੇਰੇ ਖੇਤ ਹਨ, ਇਹ ਤੇ ਉਹ ਦੂਰ ਹੀ ਮੇਰਾ ਘਰ ਹੈ। ਤੇ ਉਸਨੇ ਆਪਣੇ ਪਿਤਾ ਦਾ ਹੱਥ ਫੜਿਆ ਤੇ ਆਪਣੇ ਪਿਤਾ ਨੂੰ ਲੈ ਕੇ ਆਪਣੇ ਘਰ ਵੱਲ ਜਾਣ ਲੱਗੀ ਤੇ ਸ਼ੰਕਰ ਦੇ ਅੰਦਰੋਂ ਤਾਂ ਜਿਵੇਂ એનર્ਜੀ ਹੀ ਖਤਮ ਹੋ ਗਈ ਸੀ ਉਸ ਦੀਆਂ ਗੱਲਾਂ ਸੁਣ ਕੇ ਕਿ ਇਹ ਕੀ ਬੋਲੀ ਜਾ ਰਹੀ ਹੈ। ਤੇ ਸ਼ੰਕਰ ਵੀ ਉਸ ਦੇ ਫੜੇ ਹੋਏ ਹੱਥ ਦੇ ਨਾਲ ਉਸ ਦੇ ਪਿੱਛੇ ਪਿੱਛੇ ਤੁਰੀ ਗਿਆ। ਭੀਸ਼ਣ, ਉਸ ਦੀ ਪਤਨੀ, ਉਸ ਦੇ ਬੱਚੇ ਤੇ ਸ਼ੰਕਰ ਦੀ ਪਤਨੀ ਵੀ ਪਿੱਛੇ ਪਿੱਛੇ ਜਾਈ ਗਏ ਤੇ ਕੁਝ ਹੀ ਦੂਰੀ ਤੇ ਜਾ ਕੇ ਉਹ ਇੱਕ ਘਰ ਤੇ ਪਹੁੰਚੀ। ਤੇ ਪਹਿਲਾਂ ਤਾਂ ਉਹਨਾਂ ਦਾ ਘਰ ਕੱਚਾ ਸੀ ਪਰ ਉਹ ਘਰ ਹੁਣ ਪੱਕਾ ਹੋ ਗਿਆ ਸੀ। ਤੇ ਉਸਨੇ ਕਿਹਾ, ਪਿਤਾ ਜੀ ਇਹੀ ਮੇਰਾ ਘਰ ਸੀ ਪਰ ਇਹ ਘਰ ਤਾਂ ਕੱਚਾ ਸੀ, ਇਹ ਘਰ ਪੱਕਾ ਹੋ ਗਿਆ ਹੈ। ਤੇ ਉਹ ਰੋਣ ਲੱਗ ਗਈ ਕਿ ਜੇਕਰ ਇਹ ਘਰ ਬਦਲ ਗਿਆ ਤੇ ਇੱਥੇ ਰਹਿਣ ਵਾਲੇ ਲੋਕ ਵੀ ਬਦਲ ਗਏ ਹੋਣਗੇ। ਉਸਦੇ ਪਿਤਾ ਨੇ ਉਸਨੂੰ ਚੁੱਕਿਆ ਤੇ ਉਸਨੇ ਉਸਨੂੰ ਕਿਹਾ, ਧੀਏ ਨਹੀਂ, ਘਰ ਹੀ ਬਦਲਿਆ ਹੈ, ਜ਼ਰੂਰੀ ਨਹੀਂ ਕਿ ਇੱਥੇ ਰਹਿਣ ਵਾਲੇ ਲੋਕ ਵੀ ਬਦਲ ਗਏ ਹੋਣਗੇ। ਉਸਨੇ ਕਿ ਤੇ ਉੱਥੋਂ ਪਿੰਡ ਦੇ ਲੋਕ ਵੀ ਉਹਨਾਂ ਵੱਲ ਦੇਖ ਰਹੇ ਸਨ ਕਿਉਂਕਿ ਇਹ ਅਜਨਬੀ ਸਨ, ਬਾਹਰ ਦੇ ਪਿੰਡ ਤੋਂ ਆਏ ਸਨ। ਤੇ ਜਦੋਂ ਉਸਨੇ ਨੰਦੂ ਨੇ ਕਿਹਾ, ਪਿਤਾ ਜੀ ਉਹ ਦੇਖੋ ਦੇਵਗਨ ਭਾਈ ਬੈਠੇ ਹਨ, ਤੁਸੀਂ ਉਹਨਾਂ ਨੂੰ ਬੁਲਾਓ। ਤੇ ਸੁਣ ਕੇ ਹੈਰਾਨ ਹੋ ਗਏ ਕਿ ਇਸਨੂੰ ਤਾਂ ਇਸ ਦਾ ਨਾਮ ਵੀ ਪਤਾ ਹੈ। ਤੇ ਸ਼ੰਕਰ ਨੇ ਫਿਰ ਆਵਾਜ਼ ਲਗਾਈ, ਦੇਵਗਨ ਭਾਈ ਇੱਧਰ ਆਇਓ। ਤੇ ਦੇਵਗਨ ਨੇ ਸੋਚਿਆ ਕਿ ਮੈਂ ਤਾਂ ਇਹਨਾਂ ਨੂੰ ਜਾਣਦਾ ਨਹੀਂ ਤੇ ਇਹ ਮੇਰਾ ਨਾਮ ਕਿਸ ਤਰ੍ਹਾਂ ਜਾਣਦੇ ਹਨ। ਤੇ ਉਹ ਉੱਥੇ ਆਇਆ ਤੇ ਫਿਰ ਉਸਨੇ ਕਿਹਾ, ਤੁਸੀਂ ਕੌਣ ਹੋ? ਮੈਂ ਤੁਹਾਨੂੰ ਨਹੀਂ ਜਾਣਦਾ। ਨੰਦੂ ਨੇ ਕਿਹਾ ਕਿ ਜੋ ਇਹ ਘਰ ਹੈ ਇਹਨਾਂ ਦੇ ਨਾਲ ਅਸੀਂ ਇਹਨਾਂ ਨੂੰ ਜਾਣਦੇ ਹਾਂ, ਇਹ ਹਰੀ ਪ੍ਰਸਾਦ ਦਾ ਹੀ ਘਰ ਹੈ ਨਾ? ਉਸਨੇ ਕਿਹਾ, ਹਾਂ ਹਾਂ, ਇਹ ਹਰੀ ਪ੍ਰਸਾਦ ਦਾ ਹੀ ਘਰ ਹੈ, ਪਰ ਹੁਣ ਹਰੀ ਪ੍ਰਸਾਦ ਜੀ ਨਹੀਂ ਰਹੇ। ਹੁਣ ਇਸ ਘਰ ਵਿੱਚ ਉਹਨਾਂ ਦਾ 25 ਸਾਲ ਦਾ ਬੇਟਾ ਹਰੀ ਪ੍ਰਕਾਸ਼ ਤੇ ਹਰੀ ਕ੍ਰਿਸ਼ਨ ਰਹਿੰਦੇ ਹਨ। ਜੋ ਹਰੀ ਪ੍ਰਸਾਦ ਤੇ ਉਸਦੀ ਪਤਨੀ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਨੰਦੂ ਨੇ ਕਿਹਾ ਕਿ ਤੁਸੀਂ ਇਸ ਘਰ ਵਿੱਚ ਜੋ ਵੀ ਰਹਿੰਦਾ ਹੈ ਉਸਨੂੰ ਬਾਹਰ ਬੁਲਾਇਓ। ਤੇ ਉਸਨੇ ਉਸਨੂੰ ਬਾਹਰ ਬੁਲਾਇਆ ਤੇ ਜਦੋਂ ਹਰੀ ਪ੍ਰਕਾਸ਼ ਬਾਹਰ ਆਏ ਤਾਂ ਨੰਦੂ ਅਜੇ ਕੁਝ ਬੋਲਣ ਹੀ ਲੱਗੀ ਸੀ ਤੇ ਸ਼ੰਕਰ ਨੇ ਉਸਦੇ ਮੂੰਹ ਤੇ ਹੱਥ ਰੱਖ ਦਿੱਤਾ। ਤੇ ਹਰੀ ਪ੍ਰਕਾਸ਼ ਜੀ ਨੇ ਕਿਹਾ ਕਿ ਤੁਸੀਂ ਕੌਣ ਹੋ? ਮੈਂ ਤਾਂ ਤੁਹਾਨੂੰ ਨਹੀਂ ਜਾਣਦਾ। ਸ਼ੰਕਰ ਨੇ ਕਿਹਾ ਕਿ ਆਪਾਂ ਬੈਠ ਕੇ ਗੱਲ ਕਰ ਸਕਦੇ ਹਾਂ। ਹਰੀ ਪ੍ਰਕਾਸ਼ ਨੇ ਕਿਹਾ, ਹਾਂਜੀ ਜ਼ਰੂਰ ਆਓ ਜੀ ਅੰਦਰ। ਤੇ ਜਦੋਂ ਅੰਦਰ ਗਏ ਤਾਂ ਉਹਨਾਂ ਨੇ ਕਿਹਾ, ਨੰਦੂ ਨੇ ਕਿਹਾ ਕਿ ਤੂੰ ਹਰੀ ਪ੍ਰਕਾਸ਼ ਹੈ ਤੇ ਤੂੰ ਹਰੀ ਕ੍ਰਿਸ਼ਨ ਹੈ ਤੇ ਮੇਰੇ ਪਤੀ ਦੀ ਮੌਤ ਹੋ ਗਈ ਹੈ ਤੇ ਤੁਹਾਡੀ ਮਾਂ ਦੀ ਵੀ ਮੌਤ ਹੋ ਗਈ ਸੀ ਤੇ ਮੈਂ ਤਾਂ ਤੁਹਾਡੀ ਮਾਂ ਹਾਂ। ਇੰਨੀ ਗੱਲ ਸੁਣ ਕੇ ਸਾਰੇ ਹੈਰਾਨ ਹੋ ਗਏ। ਉਸਦੀ ਮਾਂ ਨੇ ਉਸਨੂੰ ਗੋਦੀ ਵਿੱਚ ਚੁੱਕਿਆ ਕਿ ਤੂੰ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ? ਤੂੰ ਛੋਟੀ ਜਿਹੀ ਬੱਚੀ ਹੈ ਤੇ ਤੂੰ ਕਿਸ ਤਰ੍ਹਾਂ ਦੀਆਂ ਗੱਲਾਂ ਕਰੀ ਜਾ ਰਹੀ ਹੈ? ਹਰੀ ਪ੍ਰਕਾਸ਼ ਤੇ ਹਰੀ ਕ੍ਰਿਸ਼ਨ ਵੀ ਸੋਚ ਕੇ ਹੈਰਾਨ ਹੋ ਗਏ ਕਿ ਬੱਚੀ ਝੂਠ ਬੋਲੀ ਜਾ ਰਹੀ ਹੈ। ਸਾਡੀ ਮਾਂ ਤਾਂ ਕਦੋਂ ਦੀ ਮਰ ਗਈ ਤੇ ਇਹ ਅਗਲੇ ਜਨਮ ਵਿੱਚ ਸਾਡੀ ਮਾਂ ਬਣ ਕੇ ਕਿਸ ਤਰ੍ਹਾਂ ਆ ਗਈ? ਉਸਨੇ ਕਿਹਾ, ਮੈਂ ਤੁਹਾਡੀ ਹੀ ਮਾਂ ਹਾਂ। ਮੇਰੇ ਤੋਂ ਪਹਿਲਾਂ ਮੇਰੇ ਪਤੀ ਦੀ ਮੌਤ ਹੋਈ ਸੀ ਤੇ ਫਿਰ ਮੇਰੀ ਮੌਤ ਹੋਈ ਸੀ। ਇੰਨੇ ਨੂੰ ਹਰੀ ਪ੍ਰਕਾਸ਼ ਦੀ ਪਤਨੀ ਪਾਣੀ ਲੈ ਕੇ ਆ ਗਈ ਤੇ ਉਸਨੇ ਕਿਹਾ, ਇਹ ਕੌਣ ਹੈ? ਜਦੋਂ ਮੈਂ ਤੁਹਾਡੀ ਮਾਂ ਸੀ ਇਹ ਤਾਂ ਇੱਥੇ ਨਹੀਂ ਸੀ, ਇਹ ਕੌਣ ਹੈ? ਹਰੀ ਪ੍ਰਕਾਸ਼ ਨੇ ਕਿਹਾ, ਇਹ ਮੇਰੀ ਪਤਨੀ ਹੈ। ਉਸਨੇ ਕਿਹਾ, ਅੱਛਾ ਤੇਰਾ ਵਿਆਹ ਵੀ ਹੋ ਗਿਆ, ਪਰ ਮੇਰੀ ਕਿਸਮਤ ਵਿੱਚ ਤੇਰਾ ਵਿਆਹ ਦੇਖਣਾ ਨਹੀਂ ਸੀ ਲਿਖਿਆ। ਤੇ ਫਿਰ ਉਸਨੇ ਕਿਹਾ, ਮੇਰੇ ਇਸ ਘਰ ਵਿੱਚ ਬਹੁਤ ਸਾਰੇ ਗਹਿਣੇ ਸਨ, 20 ਤੋਲੇ ਸੋਨਾ ਸੀ, ਚਾਂਦੀ ਦੀਆਂ ਝਾਂਜਰਾਂ ਸੀ, ਇੱਕ ਚੈਨੀ ਸੀ, ਕਿ ਉਹ ਸਭ ਕੁਝ ਤੁਹਾਨੂੰ ਮਿਲ ਗਿਆ? ਉਹਨਾਂ ਨੇ ਕਿਹਾ, ਕਿਹੜਾ ਗਹਿਣਾ? ਕਿਹੜੇ ਗਹਿਣੇ ਦੀ ਗੱਲ ਕਰ ਰਹੇ ਹੋ? ਸਾਨੂੰ ਤਾਂ ਕੁਝ ਵੀ ਨਹੀਂ ਮਿਲਿਆ। ਅਸੀਂ ਲੋਕਾਂ ਤੋਂ ਸੁਣਿਆ ਸੀ ਕਿ ਸਾਡੀ ਮਾਂ ਕੋਲ ਬਹੁਤ ਗਹਿਣਾ ਸੀ, ਪਰ ਸਾਨੂੰ ਕੁਝ ਵੀ ਨਹੀਂ ਮਿਲਿਆ ਤੇ ਹੁਣ ਤਾਂ ਅਸੀਂ ਇਹ ਨਵਾਂ ਘਰ ਬਣਾ ਲਿਆ ਹੈ। ਉਸਨੇ ਕਿਹਾ, ਮੇਰਾ ਗਹਿਣਾ ਸੀ ਪਰ ਤੁਹਾਨੂੰ ਨਹੀਂ ਮਿਲਿਆ ਕਿਉਂਕਿ ਜੋ ਤੁਹਾਡੀ ਚਾਚੀ ਸੀ ਉਸਨੇ ਆਪਣੇ ਭਰਾ ਨੂੰ ਕਿਹਾ ਸੀ ਕਿ ਇਸ ਦੇ ਕੋਲ ਬਹੁਤ ਗਹਿਣਾ ਹੈ ਤਾਂ ਆਪਾਂ ਇਹਨਾਂ ਦੇ ਘਰ ਵਿੱਚ ਰਾਤ ਚੋਰੀ ਕਰਾਂਗੇ। ਤੇ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ, ਮੈਂ ਉਸ ਦੀਆਂ ਗੱਲਾਂ ਸੁਣ ਲਈਆਂ ਸੀ, ਤਾਂ ਮੈਂ ਆਪਣਾ ਸਾਰਾ ਗਹਿਣਾ ਜ਼ਮੀਨ ਵਿੱਚ ਦੱਬ ਦਿੱਤਾ ਸੀ।
ਉਹ ਜੋ ਪਿਛਲੇ ਕਮਰੇ ਦੀ ਨੁੱਕਰ ਹੈ ਉੱਥੇ ਹੀ ਗਹਿਣਾ ਦੱਬਿਆ ਹੈ ਤੇ ਉੱਪਰ ਮੈਂ ਚਾਟੀ ਰੱਖ ਦਿੱਤੀ ਸੀ ਤੇ ਉਸ ਦੇ ਉੱਪਰ ਕੁਝ ਬਰਤਨ ਰੱਖ ਦਿੱਤੇ ਸਨ। ਤੇ ਜਦੋਂ ਰਾਤ ਨੂੰ ਚੋਰੀ ਹੋਈ ਸੀ ਤੇ ਮੇਰੇ ਗਹਿਣੇ ਕਿਸੇ ਨੂੰ ਨਹੀਂ ਸਨ ਲੱਭੇ ਤੇ ਨਾ ਹੀ ਤੇਰੀ ਚਾਚੀ ਨੇ ਪੁੱਛਿਆ ਸੀ ਕਿ ਤੇਰੇ ਗਹਿਣੇ ਕਿੱਥੇ ਹਨ। ਤੇ ਉਸ ਤੋਂ ਬਾਅਦ ਮੇਰੀ ਮੌਤ ਹੋ ਗਈ ਤੇ ਮੈਨੂੰ ਤੁਹਾਨੂੰ ਦੱਸਣਾ ਹੀ ਭੁੱਲ ਗਿਆ। ਉਹਨਾਂ ਨੇ ਕਿਹਾ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰੀ ਜਾ ਰਹੇ ਹੋ। ਫਿਰ ਉਹਨਾਂ ਨੇ ਕੀ ਕੀਤਾ, ਸ਼ੰਕਰ ਤੇ ਭੀਸ਼ਨ ਦੀ ਮਦਦ ਦੇ ਨਾਲ ਜ਼ਮੀਨ ਦੀ ਖੁਦਾਈ ਕੀਤੀ ਤੇ ਉਹ ਜੋ ਉਹਨਾਂ ਨੇ ਨਵੇਂ ਘਰ ਬਣਾਏ ਸਨ ਉਹ 4 ਫੁੱਟ ਉੱਚੇ ਬਣਾ ਲਏ ਸਨ ਤੇ ਉਹਨਾਂ ਨੇ 6 ਫੁੱਟ ਦੀ ਖੁਦਾਈ ਕੀਤੀ ਤੇ ਉਹਨਾਂ ਨੂੰ ਉਹ ਗਹਿਣੇ ਮਿਲ ਗਏ, ਜੋ ਦੇਖ ਕੇ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਾ ਰਿਹਾ ਤੇ ਉਹਨਾਂ ਨੇ ਉਹ ਗਹਿਣੇ ਬਾਹਰ ਕੱਢ ਲਏ ਤੇ ਫਿਰ ਉੱਥੇ ਜ਼ਮੀਨ ਨੂੰ ਉਸੇ ਤਰ੍ਹਾਂ ਹੀ ਪੂਰ ਦਿੱਤਾ। ਦਿਨ ਚੜ੍ਹਨ ਤੋਂ ਪਹਿਲਾਂ ਉਹਨਾਂ ਨੇ ਸਾਰਾ ਕੰਮ ਕਰ ਲਿਆ ਸੀ ਤੇ ਇਹ ਸਭ ਦੇਖ ਕੇ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹ ਸਾਡੀ ਮਾਂ ਹੀ ਸੀ ਪਿਛਲੇ ਜਨਮ ਦੇ ਵਿੱਚ। ਤੇ ਉਹਨਾਂ ਨੇ ਉਸ ਬੱਚੀ ਨੂੰ ਚੁੱਕਿਆ ਤੇ ਗੱਲ ਨਾਲ ਲਗਾਇਆ ਕਿ ਤੂੰ ਤਾਂ ਸਾਡੀ ਕਿਸਮਤ ਹੀ ਬਦਲ ਦਿੱਤੀ ਹੈ, ਸਾਡੇ ਦਿਨ ਹੀ ਬਦਲ ਦਿੱਤੇ ਹਨ, ਅਸੀਂ ਤੇਰਾ ਦੇਣ ਕਿਸ ਤਰ੍ਹਾਂ ਦੇ ਸਕਦੇ ਹਾਂ, ਰੱਬ ਨੇ ਤਾਂ ਸਾਡੀ ਘਰ ਆ ਕੇ ਸੁਣ ਲਈ ਹੈ। ਤੇ ਫਿਰ ਜਦੋਂ ਦਿਨ ਚੜ੍ਹ ਗਿਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਵਾਪਸ ਜਾਣਾ ਹੈ ਤੇ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਬੱਚੀ ਨੂੰ ਸਾਨੂੰ ਦੇ ਜਾਓ। ਪਰ ਸ਼ੰਕਰ ਤੇ ਉਸਦੀ ਪਤਨੀ ਨੇ ਮਨਾ ਕਰ ਦਿੱਤਾ ਕਿਉਂਕਿ ਉਹਨਾਂ ਦੇ ਕੋਲ ਇੱਕ ਧੀ ਸੀ ਤੇ ਉਸਨੇ ਕਿਹਾ ਨਹੀਂ, ਮੈਂ ਇਹ ਬੱਚੀ ਤੁਹਾਨੂੰ ਨਹੀਂ ਦੇ ਸਕਦੀ। ਤੇ ਫਿਰ ਉਹਨਾਂ ਨੇ ਕਿਹਾ ਚਲੋ ਤੁਸੀਂ ਇਹ ਬੱਚੀ ਸਾਨੂੰ ਨਹੀਂ ਦੇ ਸਕਦੇ ਪਰ ਅਸੀਂ ਇਸ ਦੇ ਭਰਾ ਤਾਂ ਬਣ ਸਕਦੇ ਹਾਂ, ਤੁਸੀਂ ਇਸ ਨੂੰ ਸਾਡੀ ਭੈਣ ਬਣ ਦਿਓ ਤੇ ਸਾਡੇ ਨਾਲ ਹਮੇਸ਼ਾ ਲਈ ਰਿਸ਼ਤਾ ਰੱਖ ਲਵੋ। ਉਹਨਾਂ ਨੇ ਕਿਹਾ ਹਾਂ ਠੀਕ ਹੈ, ਅੱਜ ਤੋਂ ਇਹ ਤੁਹਾਡੀ ਭੈਣ ਹੋਵੇਗੀ ਤੇ ਸਾਡੀ ਰਿਸ਼ਤੇਦਾਰੀ ਪੂਰੀ ਗੂੜੀ ਹੋਵੇਗੀ, ਸਾਰੀ ਉਮਰ ਤੱਕ ਨਿਭੇਗੀ, ਤੁਸੀਂ ਇਸ ਦੇ ਨਾਲ ਭੈਣ ਦੀ ਤਰ੍ਹਾਂ ਹੀ ਵਰਤੋਗੇ। ਤੇ ਫਿਰ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਜਾਣਾ ਹੈ। ਪਰ ਉਹਨਾਂ ਨੇ ਕਿਹਾ, ਹਰੀ ਪ੍ਰਕਾਸ਼ ਤੇ ਹਰੀ ਕ੍ਰਿਸ਼ਨ ਨੇ ਕਿਹਾ ਕਿ ਨਹੀਂ, ਤੁਸੀਂ ਅੱਜ ਸ਼ਾਮ ਨੂੰ ਸਰਕਸ ਵੇਖ ਕੇ ਹੀ ਜਾਇਓ। ਤੇ ਫਿਰ ਉਹਨਾਂ ਨੇ ਆਪਣੀ ਭੈਣ ਨੂੰ, ਜਾਣੀ ਕਿ ਜੋ ਉਹਨਾਂ ਦੀ ਪਿਛਲੇ ਜਨਮ ਵਿੱਚ ਮਾਂ ਸੀ, ਉਸਨੂੰ ਬਹੁਤ ਸਾਰੇ ਪੈਸੇ ਦਿੱਤੇ, ਕੱਪੜੇ ਬਣਾ ਕੇ ਦਿੱਤੇ ਤੇ ਖਾਣ ਪੀਣ ਲਈ ਬਹੁਤ ਕੁਝ ਲੈ ਕੇ ਦਿੱਤਾ ਤੇ ਉਹ ਆਪਸ ਵਿੱਚ ਮਿਲਣ ਵਰਤਣ ਲੱਗੇ। ਦੋਸਤੋ, ਇਹ ਸੀ ਇੱਕ ਛੋਟੀ ਜਿਹੀ ਬੱਚੀ ਦੇ ਪੁਨਰ ਜਨਮ ਦੀ ਕਹਾਣੀ। ਚੰਗੀ ਲੱਗੀ ਤਾਂ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ। ਅਤੇ ਹਰ ਰੋਜ਼ ਇੱਦਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਧੰਨਵਾਦ।